ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦਿ ਸਵਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੈ ਪ੍ਰਸਾਦ ਸਵਈਏ ਬਾਣੀ ਦਾ ਪਾਠ ਆਰੰਭ ਹੋਇਆ ਹੈ। ਨਿਤਨੇਮ ਦੀ ਤੀਸਰੀ ਬਾਣੀ ਹੈ। ਸ੍ਰੀ ਅਕਾਲ ਉਸਤਤ ਬਾਣੀ ਦੇ ਵਿੱਚੋਂ ਹੀ ਇਹ ਸਵਈਆਂ ਦੀ ਬਾਣੀ ਨੂੰ ਲਿਆ ਗਿਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਪਹਿਲੀਆਂ ਬਾਣੀਆਂ ਦੇ ਵਿੱਚ ਦੱਸਿਆ ਗਿਆ ਸੀ ਵੀ ਇੱਕ ਓੰਕਾਰ ਦਾ ਉਚਾਰਨ ਕਿਵੇਂ ਕਰਨਾ ਹੈ। ਪਾਤਸ਼ਾਹੀ ਦਸਵੀਂ, ਇਹਨੂੰ ਪਾਤਸ਼ਾਹੀ 10 ਨਹੀਂ ਕਹਿ ਦੇਣਾ, 10ਵੀਂ ਪੜ੍ਹਨਾ ਹੈ। ਅਤੇ ਤਵੈ ਪ੍ਰਸਾਦ ਇਹ ਢੰਗ ਹੈ। ਇਹ ਦੋ ਤਰੀਕਿਆਂ ਨਾਲ ਉਚਾਰਨ ਕੀਤਾ ਜਾਂਦਾ ਹੈ। ਇੱਕ ਤਾਂ ਤੱਤੇ ਔਂਕੜ ਐੜੇ ਉੱਤੇ ਅੱਧੀਆਂ ਦਲਾਈਆਂ ਤਵੈ ਸਿਰਫ ਇੰਨੀ ਕੁ ਆਵਾਜ਼ ਦੇਣੀ ਹੈ। ਅਤੇ ਦੂਸਰਾ ਹੈ ਤੱਤੇ ਔਂਕੜ ਐੜਾ ਤੋ। ਇਹ ਦੋਵੇਂ ਹੀ ਸਹੀ ਹਨ। ਅਗਲਾ ਪਾਠ ਹੈ ਸਵਈਏ। ਸੱਸੇ ਦੇ ਪੈਰ ਦੇ ਵਿੱਚ ਵਾਵਾ ਹੈ, ਯਈਏ ਕੰਨਾ ਹੈ। ਸਮਝਣ ਵਾਸਤੇ ਸੱਸਾ ਵਾਵੇ ਉੱਤੇ ਅੱਧਕ ਈੜੀ ਬਿਹਾਰੀ ਈੜੀ ਲਾਂ ਸਵਈਏ ਪਾਠ ਬੋਲਣਾ ਹੈ। ਸੋ ਪਾਠ ਆਰੰਭ ਹੋ ਰਿਹਾ ਹੈ। ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ। ਪਾਠ ਬੋਲਣਾ ਹੈ ਸਰਾਵਗ। ਰਾਰੇ ਨੂੰ ਕੰਨਾਂ ਲਾ ਕੇ ਬੋਲਣਾ ਹੈ ਸਰਾਵਗ। ਵਾਵੇ ਉੱਤੇ ਸੂਖਮ ਜੀ ਅੱਧਕ ਦਾ ਭਾਰ ਦੇ ਕੇ ਬੋਲਣਾ ਹੈ। ਅਤੇ ਸੁੱਧ, ਇਹਨੂੰ ਸ਼ੁੱਧ ਨਹੀਂ ਕਹਿ ਦੇਣਾ, ਸੁੱਧ ਪਾਠ ਹੈ ਅੱਧਕ ਦੇ ਨਾਲ। ਧਿਆਨ ਰੱਖਣਾ ਹੈ ਸਮੂਹ, ਸੱਸਾ ਮੁਕਤਾ ਬੋਲਣਾ ਹੈ। ਕਈ ਸੱਸੇ ਨੂੰ ਵੀ ਔਂਕੜਾਂ ਲਾ ਕੇ ਸਮੂਹ ਪਾਠ ਪੜ੍ਹ ਦਿੰਦੇ ਹਨ। ਅਤੇ ਪਾਠ ਬੋਲਣਾ ਹੈ ਸਿਧਾਨ। ਸੱਸੇ ਨੂੰ ਸਿਹਾਰੀ ਦੀ ਆਵਾਜ਼ ਦੇਣੀ ਹੈ। ਕੇ ਦੇ ਉੱਤੇ ਵਿਸਰਾਮ ਹੈ। ਦੇਖ ਫਿਰਿਓ ਘਰ ਜੋਗ ਜਤੀ ਕੇ, ਜਤੀ ਪਾਠ ਪੋਲਾ ਪੜ੍ਹਨਾ ਹੈ ਅਤੇ ਕੇ ਪਾਠ ਵੱਖਰਾ ਪੜ੍ਹਨਾ ਹੈ। ਜਤੀ ਕੇ ਨਹੀਂ ਕਹਿ ਦੇਣਾ ਸਿੱਧਾ ਹੀ, ਇਹ ਧਿਆਨ ਰੱਖਣਾ ਹੈ। ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਸੂਰ ਸੁਰਾਰਦਨ ਦੋ ਰਾਰਿਆਂ ਦੀ ਆਵਾਜ਼ ਦੇਣੀ ਹੈ। ਸੁਰਾਰਦਨ ਥੋੜ੍ਹਾ ਜਿਹਾ ਤਰੀਕਾ ਸਮਝਣ ਵਾਸਤੇ ਹੈ ਕਿ ਸੁਰਾਰ ਬੋਲ ਕੇ ਨਾਲ ਹੀ ਦਨ ਪਾਠ ਪੜ੍ਹ ਦੇਣਾ ਹੈ। ਬੋਲਣਾ ਇਕੱਠਾ ਹੀ ਹੈ। ਸੁਰਾਰਦਨ ਸੁੱਧ ਕੱਸ ਕੇ ਬੋਲਣਾ ਹੈ, ਅੱਧਕ ਹੈ। ਸੁਧਾਦਿਕ ਧੱਦੇ ਦੀ ਆਵਾਜ਼ ਦੇ ਕੇ ਦੱਦੇ ਸਿਹਾਰੀ ਦੀ ਆਵਾਜ਼ ਵੀ ਦੇਣੀ ਹੈ। ਸੁਧਾਦਿਕ ਇੱਥੇ ਹੀ ਵਿਸਰਾਮ ਹੈ। ਅਤੇ ਅਨੇਕ ਮਤੀ ਕੇ, ਇਹ ਕੱਸ ਕੇ ਬੋਲਣਾ ਹੈ ਮਤੀ। ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋਊ ਨਾ ਦੇਖੀਅਤ ਪ੍ਰਾਨਪਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਇੱਥੇ ਹੀ ਵਿਸਰਾਮ ਹੈ। ਮਤ ਵੀ ਕੱਸ ਕੇ ਬੋਲਣਾ ਹੈ। ਅਤੇ ਕੋਊ ਪਾਠ ਬੋਲਣਾ ਹੈ। ਕੱਕੇ ਹੋੜਾ ਕੋ, ਊੜੇ ਦਲੈਂਕੜਾ ਊ, ਕੋਊ। ਨੰਨਾ ਮੁਕਤਾ ਹੈ ਨ। ਪ੍ਰਾਨਪਤੀ ਪਾਠ ਇਕੱਠਾ ਹੀ ਬੋਲਣਾ ਹੈ ਅਤੇ ਕੇ ਪਾਠ ਵੱਖਰਾ ਬੋਲਣਾ ਹੈ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਭਗਵਾਨ ਗੱਗਾ ਲਾਉਣਾ ਹੈ ਭੱਬਾ ਪੂਰਾ ਬੋਲ ਕੇ। ਇਹਨੂੰ ਭਗਵਾਨ ਕਹਿ ਦਿਆਂਗੇ ਤਾਂ ਘੱਗਾ ਲੱਗ ਜਾਵੇਗਾ। ਅਤੇ ਪਾਠ ਹੈ ਕਿਰਪਾ। ਇਹਨੂੰ ਕਿਰਪਾ ਨਹੀਂ ਕਹਿ ਦੇਣਾ, ਰਾਰੇ ਨੂੰ ਸਿਹਾਰੀ ਲਾ ਕੇ ਬੋਲਣਾ ਹੈ। ਕਿਰਪਾ ਹੂੰ ਤੇ ਵੱਖਰਾ ਵੱਖਰਾ ਹੈ। ਇੱਥੇ ਹੀ ਵਿਸਰਾਮ ਹੈ। ਜੋ ਪਹਿਲਾ ਪਾਠ ਹੈ ਰਤੀ,
ਇਹਨੂੰ ਪੋਲਾ ਉਚਾਰਨ ਕਰਨਾ ਹੈ। ਅਤੇ ਦੂਸਰੀ ਵਾਰੀ ਜੋ ਰੱਤੀ ਪਾਠ ਹੈ ਇਹਨੂੰ ਕੱਸ ਕੇ ਬੋਲਣਾ ਹੈ ਰੱਤੀ ਅਧਿਕ ਦੇ ਨਾਲ। ਏਕ ਰਤੀ ਬਿਨ ਏਕ ਰੱਤੀ ਕੇ। ਜੋ ਕੇ ਪਾਠ ਆਉਂਦਾ ਹੈ ਅਖੀਰ ਦੇ ਵਿੱਚ, ਇਹ ਨਖੇੜ ਕੇ ਬੋਲਣਾ ਹੈ ਵੱਖਰਾ ਕਰਕੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ। ਮਾਤੇ ਇਹ ਕੱਸ ਕੇ ਬੋਲਣਾ ਹੈ। ਮਤੰਗ ਤੱਤੇ ਦੇ ਉੱਤੇ ਟਿੱਪੀ ਦਾ ਧਿਆਨ ਰੱਖ ਕੇ ਬੋਲਣਾ ਹੈ। ਸੰਗ ਇੱਥੇ ਵਿਸਰਾਮ ਹੈ। ਉਤੰਗ ਸੁਰੰਗ ਊੜੇ ਦੇ ਥੱਲੇ ਔਂਕੜ ਹੈ, ਸੱਸੇ ਦੇ ਥੱਲੇ ਔਂਕੜ ਹੈ, ਇਹਨਾਂ ਦਾ ਬੋਲ ਕੇ ਹੀ ਉਚਾਰਨ ਕਰਨਾ ਹੈ। ਉਤੰਗ ਸੁਰੰਗ। ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਨ ਕੇ ਗਾਉਨ ਕਉ ਜਾਤ ਨਿਵਾਰੇ। ਤੁਰੰਗ ਪਾਠ ਹੈ, ਤੱਤੇ ਦੇ ਥੱਲੇ ਔਂਕੜ ਦਾ ਧਿਆਨ ਰੱਖਣਾ ਹੈ। ਕੁਰੰਗ ਕੱਕੇ ਦੇ ਥੱਲੇ ਔਂਕੜ ਦਾ ਧਿਆਨ ਰੱਖ ਕੇ ਬੋਲਣਾ ਹੈ। ਕੂਦਤ ਦੇ ਉੱਤੇ ਵਿਸਰਾਮ ਹੈ। ਪਾਉਨ ਪਾਠ ਦੇ ਵਿੱਚ ਪੱਪੇ ਦੇ ਕਨੌੜਾ ਹੈ, ਇਹਨੂੰ ਪੌਣ ਨਹੀਂ ਕਹਿ ਦੇਣਾ। ਕਈ ਸਰੂਪਾਂ ਦੇ ਵਿੱਚ, ਕਈ ਗੁਟਕੇ ਸਾਹਿਬਾਂ ਦੇ ਵਿੱਚ ਊੜੇ ਔਂਕੜ ਨੰਨਾ ਹੁੰਦਾ ਹੈ ਪਾਉਨ, ਲੇਕਿਨ ਜੋ ਸ਼ੁੱਧ ਪਾਠ ਹੈ ਪੁਰਾਤਨ ਸਰੂਪਾਂ ਦੇ ਵਿੱਚ ਉਹ ਪੱਪੇ ਕਨੌੜੇ ਦੇ ਨਾਲ ਹੈ। ਅਤੇ ਗਾਉਨ ਪਾਠ ਇਸੇ ਤਰ੍ਹਾਂ ਹੀ ਬੋਲਣਾ ਹੈ। ਨਿਵਾਰੇ ਪਾਠ ਦੇ ਵਿੱਚ ਨੰਨੇ ਸਿਹਾਰੀ ਦਾ ਧਿਆਨ ਰੱਖ ਕੇ ਬੋਲਣਾ ਹੈ। ਭਾਰੀ ਭੁਜਾਨ ਕੇ ਭੂਪ ਪਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ। ਭੁਜਾਨ ਪਾਠ ਬੋਲਣਾ ਹੈ, ਪੱਬੇ ਦੇ ਥੱਲੇ ਔਂਕੜ ਹੈ, ਜੱਜੇ ਦੀ ਆਵਾਜ਼ ਆਵੇ। ਜ਼ਿਆਦਾ ਭੁਜਾਨ ਕਹਿ ਦਿਆਂਗੇ ਤਾਂ ਝੱਜਾ ਲੱਗ ਜਾਵੇਗਾ। ਬਿਦ ਪਾਠ ਪੋਲਾ ਪੜ੍ਹਨਾ ਹੈ। ਨਾ ਜਾਤ ਵਿਚਾਰੇ ਬੱਬੇ ਦੀ ਸਿਹਾਰੀ ਦਾ ਧਿਆਨ ਰੱਖ ਕੇ ਬੋਲਣਾ ਹੈ। ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ। ਏਤੇ ਭਏ ਤੋ ਕਹਾ ਭਏ ਭੂਪਤ। ਭਏ ਪਾਠ ਪੜ੍ਹਨਾ ਹੈ, ਭੱਬਾ ਈੜੀ ਲਾਂ ਹੈ, ਇਹਨੂੰ ਭੇ ਨਹੀਂ ਕਹਿ ਦੇਣਾ, ਭਏ। ਭਏ ਪਾਠ ਹੈ, ਇੱਥੇ ਭੂਪਤ ਦੇ ਉੱਤੇ ਵਿਸਰਾਮ ਹੈ। ਅੰਤ ਕਾਓ ਕੱਕੇ ਕਨੌੜੇ ਦੀ ਆਵਾਜ਼ ਦੇਣੀ ਹੈ, ਕੋ ਨਹੀਂ ਕਹਿ ਦੇਣਾ। ਨਾਂਗੇ ਪਾਠ ਦੇ ਵਿੱਚ ਨੰਨੇ ਕੰਨਾਂ ਉੱਤੇ ਬਿੰਦੀ ਹੈ। ਕਈ ਸਰੂਪਾਂ ਦੇ ਵਿੱਚ ਬਿੰਦੀ ਨਹੀਂ ਲੱਗੀ ਹੁੰਦੀ, ਸੋ ਉੱਥੇ ਪਾਠ ਨਾਗੇ ਹੀ ਪੜ੍ਹਨਾ ਹੈ। ਇੱਥੇ ਬਿੰਦੀ ਹੈ, ਨਾਗੇ ਪਾਠ ਹੀ ਹੈ ਜੋ ਮੁੱਖ ਪਾਠ ਕਰਾਇਆ ਜਾਂਦਾ ਹੈ। ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ। ਜੀਤ ਫਿਰੈ ਇੱਥੇ ਇੱਦਾਂ ਬੋਲਣਾ ਹੈ ਥੋੜ੍ਹਾ ਰੁਕ ਕੇ। ਸਭ ਦੇਸ ਦੇਸਾਨ ਕੋ ਦੱਦੇ ਸਿਹਾਰੀ ਹੈ, ਦੇਸਾਨ ਕੋ ਦੇ ਉੱਤੇ ਵਿਸਰਾਮ ਹੈ। ਸਭ ਪਾਠ ਜੋ ਹੈ ਬੱਬੇ ਦੇ ਨਾਲ ਆਇਆ ਹੈ। ਕਈ ਜਗ੍ਹਾ ਕਈ ਸਰੂਪਾਂ ਦੇ ਵਿੱਚ ਭੱਬੇ ਦੇ ਨਾਲ ਹੁੰਦਾ ਹੈ, ਲੇਕਿਨ ਜੋ ਪੁਰਾਤਨ ਸਰੂਪਾਂ ਦੇ ਵਿੱਚ ਦਰਸ਼ਨ ਕਰੀਏ ਤਾਂ ਬੱਬੇ ਦੇ ਨਾਲ ਆਉਂਦਾ ਹੈ। ਮ੍ਰਿਦੰਗ ਪਾਠ ਜੋ ਹੈ ਮੱਮਾ ਰਾਰੇ ਸਿਹਾਰੀ ਦੱਦੇ ਟਿੱਪੀ ਗੱਗਾ ਇਸ ਤਰ੍ਹਾਂ ਬੋਲਣਾ ਹੈ। ਮ੍ਰਿਦੰਗ ਰਾਰੇ ਨੂੰ ਸਿਹਾਰੀ ਲਾ ਕੇ। ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਗੁੰਜਤ ਪਾਠ ਹੈ, ਟਿੱਪੀ ਦੇ ਨਾਲ ਗੂੜ ਥੋੜ੍ਹਾ ਭਾਰਾ ਕਰਕੇ ਬੋਲਣਾ ਹੈ। ਗਜਾਨ ਪਾਠ ਪੋਲਾ ਹੈ, ਇਹਨੂੰ ਕੱਸ ਕੇ ਗਜਾਨ ਨਹੀਂ ਕਹਿ ਦੇਣਾ। ਸੁੰਦਰ ਦੇ ਉੱਤੇ ਵਿਸਰਾਮ ਹੈ। ਹਿੰਸਤ ਪਾਠ ਹਾਹੇ ਸਿਹਾਰੀ ਟਿੱਪੀ ਦਾ ਧਿਆਨ ਰੱਖ ਕੇ ਨੱਕ 'ਚ ਆਵਾਜ਼ ਦੇ ਕੇ ਬੋਲਣਾ ਹੈ। ਹੈ ਰਾਜ ਹਾਹਾ ਮਗਰ ਯਈਆ ਹੈ, ਹਾਹੇ ਦੇ ਉੱਤੇ ਦਲਾਈਆਂ ਬਣ ਕੇ ਹੈ ਰਾਜ ਪਾਠ ਬਣ ਜਾਣਾ ਹੈ। ਹਾਹੇ ਨੂੰ ਥੋੜ੍ਹਾ ਜਿਹਾ ਸੰਬੰਧਕ ਕਰਕੇ ਰਾਜ ਪਾਠ ਬੋਲਣਾ ਹੈ ਰਾਜ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ। ਭਵਿੱਖ ਪਾਠ ਇਸੇ ਤਰ੍ਹਾਂ ਹੀ ਹੈ, ਇਹਨੂੰ ਭਵਿੱਖ ਨਹੀਂ ਕਹਿ ਦੇਣਾ। ਭੂਪਤ ਦੇ ਉੱਤੇ ਹੀ ਵਿਸਰਾਮ ਹੈ। ਕੌਣ ਗਨੈ ਥੋੜ੍ਹੀ ਜਿਹੀ ਜਮਕ ਲਾ ਕੇ ਨਹੀਂ ਜਾਤ ਵਿਚਾਰੇ ਬੱਬੇ ਸਿਹਾਰੀ ਬੋਲਣੀ ਹੈ।
ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ। ਸ੍ਰੀ ਪਾਠ ਪੜ੍ਹਨਾ ਹੈ, ਸ੍ਰੀ ਨਹੀਂ ਕਹਿ ਦੇਣਾ। ਸ੍ਰੀ ਭਗਵਾਨ ਭਜੇ ਬਿਨ, ਪਾਠ ਨੂੰ ਬੋਲਣਾ ਹੈ ਭਜੇ, ਪੋਲਾ ਜਿਹਾ ਪਾਠ ਹੈ, ਇਹਨੂੰ ਭੱਜੇ ਨਹੀਂ ਕਹਿ ਦੇਣਾ, ਇਹ ਧਿਆਨ ਰੱਖਣਾ ਹੈ। ਤੀਰਥ ਨਾਨ ਦਇਆ ਦਮ ਦਾਨ, ਸੋ ਸੰਜਮ ਨੇਮ ਅਨੇਕ ਬਿਸੇਖੈ। ਨਹਾਣ ਪਾਠ ਭਾਰਾ ਕਰਕੇ ਬੋਲਣਾ ਹੈ, ਨਹਾਉਣ ਦਾ ਵਾਚਕ ਹੈ। ਦਇਆ ਪਾਠ ਈੜੀ ਸਿਹਾਰੀ ਦੇ ਨਾਲ ਹੈ। ਦਾਨ ਦੇ ਉੱਤੇ ਵਿਸਰਾਮ ਹੈ। ਸੱਸੇ ਔਂਕੜ ਪੜ੍ਹਨਾ ਹੈ। ਸੋ ਬਿਸੇਖੈ ਪਾਠ ਜੋ ਹੈ ਬੱਬੇ ਸਿਹਾਰੀ ਦੇ ਨਾਲ ਹੈ। ਵੇਦ ਪੁਰਾਨ ਕਤੇਬ ਕੁਰਾਨ, ਜਮੀਨ ਜਮਾਨ ਸਬਾਨ ਕੇ ਪੇਖੈ। ਵੇਦ ਪੁਰਾਨ, ਪੁਰਾਣ ਸ਼ਬਦ ਜੋ ਹੈ ਪੱਪੇ ਦੇ ਥੱਲੇ ਇੱਕ ਔਂਕੜ ਹੈ, ਇਹਨੂੰ ਪੂਰਾਣ ਨਹੀਂ ਕਹਿ ਦੇਣਾ, ਪੁਰਾਣ ਪੜ੍ਹਨਾ ਹੈ ਅਤੇ ਕੁਰਾਨ ਬੋਲਣਾ ਹੈ। ਜ਼ਮੀਨ ਪਾਠ ਦੇ ਵਿੱਚ ਜੱਜੇ ਸਿਹਾਰੀ ਹੈ, ਜ਼ਮੀਨ ਸਿਹਾਰੀ ਦੀ ਆਵਾਜ਼ ਦੇ ਕੇ ਬੋਲਣਾ ਹੈ। ਪੌਨ ਆਹਾਰ ਜਤੀ ਜਤ ਧਾਰ, ਸਬੈ ਸੋ ਵਿਚਾਰ ਹਜ਼ਾਰਕ ਦੇਖੈ। ਪੌਨ ਆਹਾਰ ਜਤੀ ਜਤ ਧਾਰ, ਜਤੀ ਜਤ ਜੋ ਪਾਠ ਹੈ ਇਹ ਪੋਲੇ ਹਨ। ਸਬੈ ਪਾਠ ਵੀ ਪੋਲਾ ਹੈ ਬੱਬੇ ਦੇ ਨਾਲ। ਸੱਸੇ ਔਂਕੜ ਦੀ ਆਵਾਜ਼ ਦੇਣੀ ਹੈ। ਸੋ ਵਿਚਾਰ ਬੱਬੇ ਸਿਹਾਰੀ ਹੈ। ਹਜ਼ਾਰਕ, ਇਹ ਥੋੜ੍ਹਾ ਜਿਹਾ ਕਈ ਸਿੰਘ ਸੰਬੰਧਕ ਕਰਕੇ ਬੋਲਦੇ ਹਨ। ਇਹਦਾ ਮਤਲਬ ਹੈ ਹਜ਼ਾਰਕ, ਜਿਵੇਂ ਅਸੀਂ ਆਨੇ ਹਾਂ 2 3 4 ਰੁਪਈਏ, ਇਸੇ ਤਰ੍ਹਾਂ ਹੀ ਹਜ਼ਾਰਕ ਇਹ ਪੰਜਾਬੀ ਦਾ ਸ਼ਬਦ ਹੈ। ਹਜ਼ਾਰਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ। ਭੂਪਤ ਦੇ ਉੱਤੇ ਵਿਸਰਾਮ ਹੈ। ਰਤੀ ਪਾਠ ਇੱਥੇ ਪੋਲਾ ਪੜ੍ਹਨਾ ਹੈ। ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾਹ ਦੁਰਜਾਨ ਦਲੈਂਗੇ। ਸੁਧ ਧੱਦੇ ਦੀ ਆਵਾਜ਼ ਦੇਣੀ ਹੈ। ਸੱਸੇ ਸਿਹਾਰੀ ਹੈ ਅਤੇ ਹਾਹਾ ਮੁਕਤਾ ਹੈ ਮਗਰ। ਸਿਪਾਹ ਇਸ ਤਰ੍ਹਾਂ ਬੋਲਣਾ ਹੈ। ਇਸੇ ਤਰ੍ਹਾਂ ਦੁਬਾਹ ਦੱਦੇ ਔਂਕੜ ਦਾ ਧਿਆਨ ਰੱਖਣਾ ਹੈ ਅਤੇ ਸਨਾਹ, ਇਹਨਾਂ ਪਾਠਾਂ ਨੂੰ ਮਿਹਨਤ ਕਰਕੇ ਪਕਾਉਣਾ ਹੈ। ਦਲੈਂਗੇ, ਦਲੈਂ ਪਾਠ ਬੋਲ ਕੇ ਨਾਲ ਹੀ ਗੇ ਸੰਬੰਧਕ ਕਰਕੇ ਬੋਲ ਦੇਣਾ ਹੈ। ਦਲੈਂਗੇ, ਕਈ ਸਰੂਪਾਂ ਦੇ ਵਿੱਚ ਦਲੈਂਗੇ ਪਾਠ ਜੋ ਹੈ ਬਿੰਦੀ ਨਾਲ ਨਹੀਂ ਹੈ, ਉਹ ਦਲੈਗੇ ਪਾਠ ਹੈ। ਸੋ ਇਸ ਕਰਕੇ ਦਲੈਂਗੇ ਪਾਠ ਵੀ ਸੁੱਧ ਪਾਠ ਹੈ। ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਗੁਮਾਨ ਗੱਗੇ ਔਂਕੜ ਹੈ। ਗੁਮਾਨ ਪਾਠ ਬੋਲਣਾ ਹੈ। ਮੈਂ ਪਾਠ ਬਿੰਦੀ ਤੋਂ ਬਿਨਾਂ ਬੋਲਣਾ ਹੈ। ਮੈਂ ਇੱਥੇ ਵਿਸਰਾਮ ਹੈ। ਹਲੇ ਨਾ ਹਲੈਂਗੇ, ਨੰਨਾ ਮੁਕਤਾ ਬੋਲਣਾ ਹੈ। ਤੋਰ ਰੀਨ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ। ਮਵਾਸਨ ਦੇ ਉੱਤੇ ਵਿਸਰਾਮ ਹੈ। ਮਾਤੇ ਪਾਠ ਕੱਸ ਕੇ ਬੋਲਣਾ ਹੈ। ਮਤੰਗਣ ਦੇ ਧਿਆਨ ਰੱਖਣਾ ਹੈ। ਤੱਤੇ ਉੱਤੇ ਟਿੱਪੀ ਦਾ ਆਵਾਜ਼ ਦੇ ਕੇ ਬੋਲਣਾ ਹੈ। ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੈਂਗੇ। ਸ੍ਰੀ ਭਗਵਾਨ ਕਿਰਪਾ ਬਿਨ, ਇੱਥੇ ਵਿਸਰਾਮ ਹੈ। ਕਿਰਪਾ ਪਾਠ ਪਹਿਲਾਂ ਵੀ ਦੱਸਿਆ ਹੈ, ਗਰਾਰੇ ਨੂੰ ਸਿਹਾਰੀ ਲਾ ਕੇ ਬੋਲਿਆ ਜਾਵੇਗਾ। ਤਿਆਗ ਜਹਾਨ ਨਿਦਾਨ ਚਲੈਂਗੇ, ਤੱਤੇ ਸਿਹਾਰੀ ਹੈ। ਤਿਆਗ ਬੋਲਣਾ ਹੈ। ਨਿਦਾਨ ਪਾਠ ਦੱਦੇ ਨਾਲ ਹੈ। ਇਹ ਪਾਠ ਪੋਲਾ ਉਚਾਰਨ ਕਰਨਾ ਹੈ, ਇਹਨੂੰ ਨਿਧਾਨ ਨਹੀਂ ਕਹਿ ਦੇਣਾ। ਜੇ ਵਿੱਚ ਧੱਦਾ ਲੱਗਾ ਹੋਵੇ ਤਾਂ ਨਿਧਾਨ ਪਾਠ ਬਣਦਾ ਹੈ, ਉਹਦਾ ਅਰਥ ਬਣਦਾ ਹੈ ਖਜ਼ਾਨਾ, ਲੇਕਿਨ ਇੱਥੇ ਨਿਦਾਨ ਪਾਠ ਪੋਲਾ ਜਿਹਾ ਪੜ੍ਹਨਾ ਹੈ। ਤੋਰ ਰੀਨ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ।
ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।